मैं ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੋ ਕਿ ਪ੍ਰੋਫੈਸਰ ਆਫ ਹਿਸਟਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀ, ਉੱਥੋਂ ਰਿਟਾਇਰ ਹੋਇਆ 2003 ਦੇ ਵਿੱਚ। ਉਸ ਦੇ ਦੌਰਾਨ ਜਦੋਂ ਮੈਂ ਪ੍ਰੋਫੈਸਰ ਸੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਔਰ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਪੇਪਰ, ਰਿਸਰਚ ਪੇਪਰ ਬੜੇ ਜਰਨਲਸ ਦੇ ਵਿੱਚ ਨੈਸ਼ਨਲ ਐਂਡ ਇੰਟਰਨੈਸ਼ਨਲ ਰਿਪਿਊਟ ਦੇ ਵਿੱਚ articles in leading articles in the Indian newspapers like the Tribune, Indian Express, Hindustan Times, Statesman ਦੇ ਵਿੱਚ ਰੈਗੂਲਰਲੀ ਲਿਖਦਾ ਰਿਹਾ। ਤੋ ਹੁਣ ਮੈਂ ਮਤਲਬ ਰਿਟਾਇਰ ਹੋ ਕੇ ਆਪਣੀ ਰਿਸਰਚ ਉਸੇ ਤਰੀਕੇ ਨਾਲ ਕੰਟੀਨਿਊ ਕੀਤੀ ਆ। ਆਫ ਲੇਟ ਮੇਰੇ ਜ਼ਿਹਨ ਦੇ ਵਿੱਚ ਇੱਕ ਕਿਤਾਬ ਆਈ ਆ ਐਨ ਮਰਫੀ ਦੀ, ਜਿਹੜੀ ਕਿ ਅਸਿਸਟੈਂਟ ਪ੍ਰੋਫੈਸਰ ਆ ਸਿੱਖ ਸਟੱਡੀਜ਼ ਪੰਜਾਬੀ ਲੈਂਗੁਏਜ ਅਤੇ ਲਿਟਰੇਚਰ ਦੀ ਐਟ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵੈਨਕੂਵਰ ਦੇ ਵਿੱਚ ਕੈਨੇਡਾ ਦੇ ਵਿੱਚ। ਔਰ ਉਹ ਕਿਤਾਬ ਬੜੀ ਜੀ ਘਾਤਕ ਆ, ਬੜੀ ਡੈਮੇਜਿੰਗ ਆ ਟੂ ਦ ਸਿੱਖ ਸਟੱਡੀਜ਼, ਟੂ ਦ ਸਿੱਖ ਟ੍ਰੈਡੀਸ਼ਨ, ਟੂ ਦ ਸਿੱਖ ਪ੍ਰੈਕਟਿਸਿਸ ਐਂਡ ਟੂ ਗੁਰੂ ਗ੍ਰੰਥ ਸਾਹਿਬ, ਟੂ ਦ ਸਿੱਖ ਰਹਿਤ ਮਰਿਆਦਾ, ਟੂ ਦ ਕਨਸੈਪਟ ਆਫ ਮਾਰਟੀਡਮ। ਜੋ ਵੀ ਸਿੱਖਾਂ ਦੀਆਂ ਵੈਲਿਊਡ ਇੰਸਟੀਟਿਊਸ਼ਨਸ ਹੈ, ਵੈਲਿਊਡ ਟ੍ਰੈਡੀਸ਼ਨਸ ਹੈ, ਪ੍ਰੈਕਟਿਸਿਸ ਆ, ਉਸ 'ਤੇ ਉਸਨੇ ਬੜਾ ਜ਼ਬਰਦਸਤ ਅਟੈਕ ਕੀਤਾ। WH ਮੈਕਲੋਡ ਜਿਹੜਾ ਕਿ ਕ੍ਰਿਸਚਨ ਮਿਸ਼ਨਰੀ ਸੀ, ਪੰਜਾਬ ਦੇ ਵਿੱਚ ਆਇਆ ਸੀ, ਬਟਾਲੇ ਵੀ ਕੰਮ ਕਰਦਾ ਰਿਹਾ ਕ੍ਰਿਸਚਨ ਮਿਸ਼ਨ ਦੇ ਵਿੱਚ ਔਰ ਉਹ ਖਰੜ ਦੇ ਵਿੱਚ ਵੀ ਕ੍ਰਿਸਚਨ ਮਿਸ਼ਨ ਦੇ ਵਿੱਚ ਕੰਮ ਕਰਦਾ ਰਿਹਾ। ਉਸ ਨੇ ਵੀ ਬੜੀਆਂ ਡੈਮੇਜ ਕਿਤਾਬਾਂ ਲਿਖੀਆਂ। ਇਹ ਉਸੇ ਪੈਰਾਮੀਟਰ 'ਤੇ ਚੱਲ ਕੇ ਉਸ ਤੋਂ ਵੀ ਵੱਧ ਘਾਤਕ, ਵੱਧ ਡੈਮੇਜਿੰਗ ਕਿਤਾਬ ਉਸਨੇ ਲਿਖੀ ਆ, ਜਿਸ ਦੀ ਕਿਤਾਬ ਦਾ ਨਾਮ ਦੀ ਮਟੀਰੀਅਲਿਟੀ ਆਫ ਦੀ ਪਾਸਟ, ਹਿਸਟਰੀ ਐਂਡ ਰਿਪਰੈਜ਼ੈਂਟੇਸ਼ਨ ਇੱਕ ਇਨ ਸਿੱਖ ਟ੍ਰੈਡੀਸ਼ਨ। ਇਹ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ ਆ। ਇਸ ਦਾ PhD ਥੀਸਿਸ ਸੀ। PhD ਥੀਸਿਸ ਇਸ ਨੇ ਹੌਲੀ ਉਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰੈਂਕ ਦੇ ਬੰਦੇ ਉਹਨਾਂ ਦੇ ਅੰਡਰ ਇਸ ਨੇ PhD ਕਰਕੇ ਉਸ ਨੂੰ ਰਿਵਾਈਜ਼ ਕਰਕੇ ਇਸ ਨੇ ਆਪਣਾ ਥੀਸਿਸ ਛਾਪਿਆ। ਇਹ ਕਹਿੰਦੀ ਆ ਵੀ ਸਿੱਖਿਜ਼ਮ ਦੇ ਵਿੱਚ ਕਿਸੇ ਕਿਸਮ ਦੀ ਮੈਟਾਫਿਜ਼ਿਕਸ ਨਹੀਂ, ਕਿਸੇ ਕਿਸਮ ਦੀ ਮਿਸਟਿਸਿਜ਼ਮ ਨਹੀਂ, ਕਿਸੇ ਕਿਸਮ ਦੀ ਸਪਿਰਿਚੁਅਲਿਟੀ ਨਹੀਂ, ਤਾਂ ਸਿਰਫ ਅਤੇ ਸਿਰਫ ਜੇ ਸਿੱਖਿਜ਼ਮ ਦੇ ਵਿੱਚ ਹੈ, ਸਿੱਖ ਟ੍ਰੈਡੀਸ਼ਨ ਦੇ ਵਿੱਚ ਹੈ, ਤਾਂ ਮਟੀਰੀਅਲਿਟੀ ਹੈ, ਮੈਟਰ ਆ, ਭੌਤਿਕ ਆ। ਭੌਤਿਕ ਤੋਂ ਮਤਲਬ ਹੈ ਕਿ ਸਾਡਾ ਕੋਈ ਆਪਣਾ ਸਪਿਰਿਚੁਅਲ ਸਟੇਟਸ ਨਹੀਂ, ਸਪਿਰਿਚੁਅਲ ਸਾਡੀ ਕੋਈ ਪੋਜੀਸ਼ਨ ਨਹੀਂ, ਸਾਡਾ ਸਾਰੀ ਚੀਜ਼ ਮੈਟਰ ਦੇ ਨਾਲ ਰਿਲੇਟਡ ਆ। ਚਾਹੇ ਸਾਡੇ 5 ਗਕਾਰ ਆ, ਉਹ ਵੀ ਮੈਟਰ ਆ, ਚਾਹੇ ਗੁਰੂ ਗ੍ਰੰਥ ਸਾਹਿਬ ਆ, ਉਹ ਵੀ ਮੈਟਰ ਆ, ਉਹ ਇੱਕ ਕਾਗਜ਼ ਦਾ ਪਲੰਦਾ। ਇਸੇ ਤਰੀਕੇ ਨਾਲ ਜੇ ਸਾਡੇ ਗੁਰਦੁਆਰੇ ਆ, ਉਹ ਇੱਕ ਟੈਰੀਟਰੀ ਆ। ਤੋ ਇਹ ਸਾਰੀਆਂ ਚੀਜ਼ਾਂ ਉਹ ਕਹਿੰਦੀ ਆ ਵੀ ਸਿੱਖਾਂ ਦੇ ਵਿੱਚ ਕੋਈ ਓਰੀਜਨੈਲਿਟੀ ਨਹੀਂ, ਗੁਰੂਆਂ ਨੇ ਕੋਈ ਕਿਸਮ ਦੀਆਂ ਪ੍ਰੈਕਟਿਸਿਸ ਇੰਟਰੋਡਿਊਸ ਨਹੀਂ ਕੀਤੀਆਂ, ਉਹਨਾਂ ਨੇ ਸਿਰਫ ਮੈਟਰ ਦਿੱਤਾ ਸਿੱਖਾਂ ਨੂੰ ਔਰ ਉਸ ਮੈਟਰ ਦੇ ਆਲੇ ਦੁਆਲੇ ਸਿੱਖ ਜਿਹੜੀ ਟ੍ਰੈਡੀਸ਼ਨ ਆ, ਸਿੱਖ ਪ੍ਰੈਕਟਿਸਿਸ ਆ, ਸਿੱਖ ਜਿਹੜੇ ਕਨਸੈਪਟ ਆ, ਆਈਡੀਓਲੋਜੀ ਉਹ ਘੁੰਮਦੀ। ਉਸ ਨੇ ਕੋਈ ਵੀ ਕਿਸੇ ਕਿਸਮ ਦਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਦੇਖਿਆ। ਜੇ ਉਸਨੇ ਕੋਟ ਕੀਤਾ ਹੈ ਤਾਂ ਸਿਰਫ ਦਸਮ ਗ੍ਰੰਥ ਨੂੰ ਕੋਟ ਕੀਤਾ ਹੈ, ਜਿਸ ਦੀ ਅਥੈਂਟਿਸਿਟੀ, ਜਿਸ ਦੀ ਇੰਟੈਗਰਿਟੀ, ਜਿਸ ਦੀ ਆਥਰਸ਼ਿਪ ਹਾਲੇ ਤੱਕ ਐਸਟੈਬਲਿਸ਼ ਨਹੀਂ ਹੋ ਸਕੀ। ਔਰ ਉਹ ਡਾਊਟਫੁਲ ਕਰੈਕਟਰ ਦਾ ਇੱਕ ਗ੍ਰੰਥ ਆ ਜਿਹੜਾ ਕਿ ਲੇਟਰ ਪੀਰੀਅਡ, ਪੋਸਟ ਗੁਰੂ ਪੀਰੀਅਡ ਦੇ ਵਿੱਚ ਸਿੱਖਾਂ ਦੇ ਵਿੱਚ ਸਿੱਖ ਟ੍ਰੈਡੀਸ਼ਨ ਨੂੰ ਡੈਮੇਜ ਕਰਨ ਦੇ ਲਈ ਕਿਸੇ ਸ਼ਰਾਰਤ ਦੇ ਵਿੱਚ ਉਹ ਸਿੱਖਾਂ ਦੇ ਗਲ ਦੇ ਵਿੱਚ ਪਾਇਆ ਗਿਆ ਹੈ। ਉਸ ਨੂੰ ਤਾਂ ਕੋਟ ਕਰਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਕੋਟ ਕਰਦੀ। ਔਰ ਇਸੇ ਤਰੀਕੇ ਨਾਲ ਜਿਹੜੇ ਸਿੱਖਾਂ ਦੀਆਂ ਪਾਸਟ ਹੈ, ਪ੍ਰੀ ਕਲੋਨੀਅਲ ਪੀਰੀਅਡ ਆ, ਉਸ ਦੇ ਵਿੱਚ ਮਾਰਟੀਡਮ ਜਿਸ ਤਰ੍ਹਾਂ ਹੋਈਆਂ, ਗੁਰੂ ਅਰਜਨ ਦੀ ਮਾਰਟੀਡਮ ਉਸ ਨੂੰ ਕੋਈ ਰੈਲੇਵੈਂਸ ਨਹੀਂ, ਗੁਰੂ ਤੇਗ ਬਹਾਦਰ ਦੀ ਮਾਰਟੀਡਮ ਉਸ ਨੂੰ ਕੋਈ ਰੈਲੇਵੈਂਸ ਨਹੀਂ। ਇਸੇ ਤਰੀਕੇ ਨਾਲ ਬੰਦਾ ਬਹਾਦਰ ਦੇ ਨਾਲ 740 ਫੋਲੋਅਰਸ ਆਫ ਬੰਦਾ ਬਹਾਦਰ ਦੇ ਲੇਡ ਡਾਊਨ ਦੇਅਰ ਲਾਈਫਸ ਇਨ ਦਿੱਲੀ ਔਰ ਉਸ ਦਾ ਕੰਟੈਂਪਰੇਰੀ ਐਵੀਡੈਂਸ ਅਵੇਲੇਬਲ ਹੈ। ਔਰ ਉਸ ਵੇਲੇ ਉਹ ਜਿਹੜੇ ਕੰਟੈਂਪਰੇਰੀ ਇੰਸੀਡੈਂਟਲੀ ਉਹ ਯੂਰਪੀਅਨ ਆ ਔਰ ਉਹ ਆਪਣਾ ਲੈਟਰ ਲਿਖਦੇ ਆ ਵੈਲਿੰਗਟਨ ਦੇ ਵਿੱਚ ਗਵਰਨਰ ਨੂੰ ਕਿ ਇੱਥੇ ਦਿੱਲੀ ਦੇ ਵਿੱਚ ਫਾਰੂਕ ਸਿਆਰ ਦੀ ਗਵਰਨਮੈਂਟ ਨੇ, ਜਿਹੜਾ ਮੁਗਲ ਐਂਪਰਰ ਸੀ, ਉਸ ਨੇ 740 ਜਿਹੜੇ ਬੰਦਾ ਬਹਾਦਰ ਦੇ ਨਾਲ ਸਿੱਖ ਸੀ ਉਹਨਾਂ ਨੂੰ ਬਹੁਤ ਬਰੂਟਲੀ ਮਰਡਰ ਕੀਤਾ ਹੈ, ਬਰੂਟਲੀ ਉਹਨਾਂ ਨੂੰ ਟਾਰਚਰ ਕਰਕੇ ਉਹਨਾਂ ਨੂੰ ਮਾਰਟਰ ਕੀਤਾ ਹੈ। ਔਰ ਉਸ ਦੇ ਵਿੱਚ ਇੱਕ ਵੀ ਕਿਸੇ ਬੰਦੇ ਨੇ ਇੱਕ ਆਪਸ਼ਨ ਦਿੱਤੀ ਗਈ ਸੀ, ਮੁਗਲ ਸਲਤਨਤ ਵੱਲੋਂ ਆਪਸ਼ਨ ਦਿੱਤੀ ਗਈ ਸੀ, ਈਦਰ ਯੂ ਐਮਬਰੇਸ ਇਸਲਾਮ ਔਰ ਯੂ ਫੇਸ ਡੈਥ। ਤਾਂ ਨਨ ਆਫ ਦੈਮ deprived their religion, denied their religion. They all accepted death and laid down their lives as very great martyrs for the cause of Sikhism. ਉਸ ਗੱਲ ਦਾ ਕੋਈ ਰੈਫਰੈਂਸ ਨਹੀਂ ਦੇ ਰਹੀ
ਇਸੇ ਤਰੀਕੇ ਨਾਲ 18 ਸੈਂਚਰੀ ਦੇ ਵਿੱਚ ਮੁਗਲਾਂ ਨੇ ਫਰਮਾਨ ਇਸ਼ੂ ਕੀਤਾ ਕਿ ਨਾਨਕ ਪੰਥੀ ਉਹਨਾਂ ਦੇ ਸਿਰਾਂ ਦੇ ਉੱਤੇ ਮੁੱਲ ਹੈ, ਉਹਨਾਂ ਦੇ ਕੋਈ ਵੀ ਵੇਅਰ ਅਬਾਊਟ ਦੱਸੇਗਾ ਉਸ ਦੀ ਉਸ ਨੂੰ ਕੀਮਤ ਦਿੱਤੀ ਜਾਏਗੀ। ਐਡੀ ਜ਼ਬਰਦਸਤ ਪੀਰੀਅਡ ਆ, ਗੋਲਡਨ ਪੀਰੀਅਡ ਮੈਂ ਸਮਝਦਾ, ਡਾਰਕ ਪੀਰੀਅਡ ਨਹੀਂ, ਗੋਲਡਨ ਪੀਰੀਅਡ ਆ ਸਿੱਖਾਂ ਦਾ, ਜਿਸ ਦੇ ਵਿੱਚ ਸਿੱਖਾਂ ਦਾ ਕਰੈਕਟਰ ਸਪਰਬ ਆ ਔਰ ਉਹ ਆਪਣੇ ਇੱਕ ਸੁਪਰੀਮ ਕਮਿਟਮੈਂਟ ਦੇ ਨਾਲ ਦੇ ਲੇ ਡਾਊਨ ਦੇਅਰ ਲਾਈਵਸ ਬਟ ਦੇ ਡੋਂਟ ਵਿਡਰਾ ਫਰੋਮ ਦ ਰਿਲੀਜਨ। ਸੋ ਇਸ ਕਿਸਮ ਦੇ ਗਲੋਰੀਅਸ ਪੀਰੀਅਡ ਦਾ ਉਹ ਕੋਈ ਰੈਫਰੈਂਸ ਨਹੀਂ ਦੇ ਰਹੀ। ਉਸ ਵੇਲੇ ਮੁਗਲ ਐਂਪਰਰ ਨੇ ਫਰਮਾਨ ਇਸ਼ੂ ਕੀਤਾ ਕਿ ਸਿੱਖ ਜਿਹੜੇ ਨਾਨਕ ਪੰਥੀ ਆ, ਲਫ਼ਜ਼ ਨਾਨਕ ਪੰਥੀ ਇਸਤੇਮਾਲ ਹੋਇਆ ਉਸ ਫਰਮਾਨ ਦੇ ਵਿੱਚ, ਨਾ ਕਿ ਸਿੱਖ ਨਾ ਕਿ ਖਾਲਸਾ, ਲੇਕਿਨ ਨਾਨਕ ਪੰਥੀ ਦਾ ਮਤਲਬ ਜਿਹੜਾ ਸੀ ਉਹ ਇਹੀ ਸੀ ਵੀ ਉਹ ਕੇਸਾਧਾਰੀ ਵੀ ਹੈ, ਉਹ ਸ਼ਸਤਰਧਾਰੀ ਵੀ ਹੈ ਔਰ ਜਿਹੜਾ ਕੋਈ ਕੇਸਾਂ ਬਾਰੇ ਵੀ ਕੇਸ ਕੱਟ ਕੇ ਵੀ ਕਿਸੇ ਸਿੱਖ ਦੇ ਲਿਆ ਕੇ ਪੇਸ਼ ਕਰਦਾ ਸੀ ਉਸ ਨੂੰ ਕੇਸਾਂ ਦਾ ਇਨਾਮ ਵੀ ਦਿੱਤਾ ਜਾਂਦਾ ਸੀ। ਇਸ ਤੋਂ ਮਤਲਬ ਇਹ ਆ ਕਿ ਸਿੱਖਾਂ ਦੀ ਆਇਡੈਂਟੀਟੀ ਜਿਹੜੀ ਹੈ ਉਹ ਗੁਰੂ ਪੀਰੀਅਡ ਵੇਲੇ ਹੀ ਐਸਟੈਬਲਿਸ਼ਡ ਹੈ। ਜੇ ਗੁਰਬਾਣੀ ਵੀ ਪੜ੍ਹੀਏ ਤਾਂ ਸਿੱਖ ਦਾ ਰੈਫਰੈਂਸ ਆਉਂਦਾ ਹੈ ਔਰ ਸਿੱਖ ਦਾ ਤੇ ਗੁਰੂ ਦਾ ਰਿਲੇਸ਼ਨਸ਼ਿਪ ਦਾ ਰੈਫਰੈਂਸ ਆਉਂਦਾ ਹੈ ਔਰ ਸਿੱਖ ਦਾ ਸਮਾਜ ਦੇ ਵਿੱਚ ਰੋਲ ਦਾ ਰੈਫਰੈਂਸ ਆਉਂਦਾ ਹੈ। ਜੇ ਭਾਈ ਗੁਰਦਾਸ ਦੀ ਵਾਰਾਂ ਪੜ੍ਹੀਏ ਜਿਹੜੀਆਂ ਕਿ 16 ਸੈਂਚਰੀ ਦੀ ਪ੍ਰੋਡਕਸ਼ਨ ਹੈਗੀ ਆ, ਉਸ ਦੇ ਵਿੱਚ ਵੀ ਬੜੀ ਕਲੀਅਰਲੀ ਪੰਥ ਦਾ ਨਾਨਕ ਨਿਰਮਲ ਪੰਥ ਚਲਾਇਆ, ਸਿੱਕਾ ਮਾਰਿਆ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਓ। ਤਾਂ ਮਤਲਬ ਕੀ ਹੈ ਕਿ ਗੁਰੂ ਨਾਨਕ ਨੇ ਇੱਕ ਐਸੀ ਗੱਲ ਕੀਤੀ ਦੁਨੀਆ ਦੇ ਵਿੱਚ, ਜਗਤ ਦੇ ਵਿੱਚ ਐਸੀ ਗੱਲ ਕੀਤੀ ਜਿਸ ਦੇ ਨਾਲ ਤੀਸਰਾ ਪੰਥ ਹਿੰਦੂ ਪੰਥ ਆ, ਇਸਲਾਮ ਦਾ ਪੰਥ ਆ ਔਰ ਤੀਸਰਾ ਪੰਥ ਜਿਹੜਾ ਨਿਰਮਲਾ ਨਿਰੋਲ ਆ, ਇੰਡੀਪੈਂਡੈਂਟ ਆ, ਸੋਵਰਨ ਆ, ਉਸ ਦਾ ਨਾ ਹਿੰਦੂ ਪੰਥ ਦੇ ਨਾਲ ਕੋਈ ਤਾਲੁਕ ਆ ਨਾ ਇਸਲਾਮ ਦੇ ਨਾਲ ਕੋਈ ਤਾਲੁਕ ਆ। ਉਸ ਦੇ ਆਪਣੀਆਂ ਟ੍ਰੈਡੀਸ਼ਨਸ ਆ, ਉਸ ਦੀਆਂ ਆਪਣੀਆਂ ਪ੍ਰੈਕਟਿਸਿਸ ਆ, ਉਸ ਦਾ ਸਾਰਾ ਕੁਝ ਆਪਣਾ ਇੰਡੀਪੈਂਡੈਂਟ ਹੈ ਜਿਸ ਦਾ ਦੂਸਰੇ ਨਾਲ ਕੋਈ ਲਿੰਕ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਕਿਸੇ ਕਿਸਮ ਦੀ ਹੋਰ ਕੋਈ ਗੱਲਬਾਤ ਨਹੀਂ ਹੈ। ਹੁਣ ਦੇਖੋ ਜਿਹੜੀ ਅਪਾਇੰਟਮੈਂਟ ਆ ਦੂਸਰੇ ਗੁਰੂ ਦੀ, ਉਸ ਅਪਾਇੰਟਮੈਂਟ ਦਾ ਕੀ ਮਤਲਬ? ਕਬੀਰ ਜੀ ਨੇ ਵੀ ਬੜੇ ਸ਼ਬਦ ਕਹੇ ਆ, ਬੜਾ ਉਹਨਾਂ ਦਾ ਸਪਿਰਿਚੁਅਲ ਲੈਵਲ ਸੀ, ਲੇਕਿਨ ਕਬੀਰ ਜੀ ਦੀ ਜਿਹੜੀ ਸਾਰੀ ਦੀ ਸਾਰੀ ਆਈਡੀਓਲੋਜੀ ਆ ਉਹ ਇੱਕ ਜਗ੍ਹਾ ਰਹਿ ਜਾਂਦੀ ਹੈ। ਲੇਕਿਨ ਗੁਰੂ ਨਾਨਕ ਦੀ ਆਈਡੀਓਲੋਜੀ ਉਹ ਕਹਿੰਦਾ ਵੀ ਮੈਂ ਸਮਾਜ ਨੂੰ ਬਦਲਣਾ, ਸਮਾਜ ਦੇ ਵਿੱਚ ਇੱਕ ਨਵਾਂ ਰਿਲੀਜਨ ਲੈ ਕੇ ਆਉਣਾ, ਨਵਾਂ ਇੱਕ ਸਿਸਟਮ ਲੈ ਕੇ ਜਾਣਾ ਜਿਸ ਨੇ ਟਰਾਂਸਫਰਮੇਸ਼ਨ ਕਰਨੀ ਹੈ ਸੁਸਾਇਟੀ ਦੀ। ਵਰਨ ਆਸ਼ਰਮ ਧਰਮ ਜਿਹੜਾ ਕਾਸਟ ਇੰਸਟੀਟਿਊਸ਼ਨ ਆ ਹਿੰਦੂਇਜ਼ਮ ਦਾ, ਜਿਹੜਾ ਕਿ ਅਨਟੱਚੇਬਲਸ ਨੂੰ, ਜਿਹੜਾ ਸ਼ੂਦਰਾਂ ਨੂੰ ਕੋਈ ਰਿਸਪੈਕਟੇਬਲ ਜਗ੍ਹਾ ਨਹੀਂ ਦਿੰਦਾ, ਉਹ ਗੁਰੂ ਨਾਨਕ ਨੇ ਉਸ ਨੂੰ ਟੋਟਲੀ ਰਿਜੈਕਟ ਕੀਤਾ, ਨਾ ਕਿ ਰਿਜੈਕਟ ਕੀਤਾ ਬਲਕਿ ਉਹਨੂੰ ਕੰਡੈਮ ਕੀਤਾ। ਇਸ ਗੱਲ ਦਾ ਕੋਈ ਮਤਲਬ ਇਸ ਦੇ ਉੱਤੇ ਜਿਹੜੀ ਐਨ ਮਰਫੀ ਆ ਉਸ ਦੇ ਉੱਤੇ ਕੋਈ ਇਸ ਕਿਸਮ ਦਾ ਅਸਰ ਨਹੀਂ ਔਰ ਜਾਣ ਬੁੱਝ ਕੇ ਸਾਰੀਆਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਜਿਹੜਾ ਫਿਰ ਗੁਰੂ ਅਰਜਨ ਦੀ ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਆ ਔਰ ਉਹ ਜਦੋਂ ਕੰਪਾਈਲੇਸ਼ਨ 1604 ਦੇ ਵਿੱਚ ਕਰਕੇ ਦਰਬਾਰ ਸਾਹਿਬ ਦੇ ਵਿੱਚ ਆਏ ਤਾਂ ਉਸ ਦੇ ਵਿੱਚ ਇੱਕ ਤੁਕ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ। ਪੋਥੀ ਪਰਮੇਸ਼ਰ ਕਾ ਥਾਨ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਪੋਥੀ ਹੈ, ਜਿਹੜੀ ਕਿ ਗ੍ਰੰਥ ਆ ਉਸ ਨੂੰ ਪਹਿਲਾਂ ਪੋਥੀ ਕਿਹਾ ਜਾਂਦਾ ਸੀਗਾ, ਜਿਹੜੀ ਇਹ ਪੋਥੀ ਹੈ ਪਰਮੇਸ਼ਰ ਦਾ, ਰੱਬ ਦਾ ਥਾਂ। ਮਤਲਬ ਮੈਸੇਜ ਕੀ ਹੈ ਕਲੀਅਰਲੀ ਕਿ ਜਿਹੜਾ ਸਿੱਖ ਹੈ ਉਸ ਨੇ ਕਿਸੇ ਰੱਬ ਕੋਲ ਨਹੀਂ ਪਹੁੰਚਣਾ। ਇਹ ਰੱਬ ਜਿਹੜੀ ਪੋਥੀ ਹੈ, ਜਿਹੜੀ ਸਕ੍ਰਿਪਚਰ ਹੈ, ਜਿਹੜਾ ਗ੍ਰੰਥ ਹੈ, ਇਹੀ ਰੱਬ ਦਾ ਰੂਪ ਆ।